हाँ जी स्टूडेंट, मैं रमन शर्मा स्कोप अकैडमी गुरदासपुर तो ਅੱਜ ਸਾਡੇ ਕੋਲ ਹੈ ਕੈਮਿਸਟਰੀ 11th ਕਲਾਸ ਦੀ ਪਹਿਲੇ ਯੂਨਿਟ ਅਸੀਂ ਸਟਾਰਟ ਕੀਤਾ ਹੋਇਆ। ਪਹਿਲੇ ਯੂਨਿਟ ਦੇ ਵਿੱਚ ਕਾਫੀ ਸਾਰੇ ਕੰਟੈਂਟ ਕੈਮਿਸਟਰੀ ਦੇ ਫਿਜ਼ਿਕਸ 11th ਕਲਾਸ ਦੀ ਦੇ ਪਹਿਲੇ ਯੂਨਿਟ ਨਾਲ ਮੇਲ ਖਾਂਦੇ ਆ, ਇਸ ਕਰਕੇ ਦੋਨਾਂ ਵਿੱਚੋਂ ਇੱਕ ਪਾਸੇ ਇਹਨੂੰ ਕੀਤਾ ਜਾ ਸਕਦਾ। ਮੈਂ ਇੱਥੇ ਕੈਮਿਸਟਰੀ ਵਿੱਚ ਉਹ ਕੰਟੈਂਟ ਕਰਵਾਉਣ ਜਾ ਰਿਹਾ। टॉपिक का नाम है फंडामेंटल क्वांटिटीज। देखो बहुत ही प्रकार दी क्वांटिटीज होंदियां ने, जिदा कि एरिया, वॉल्यूम, डेंसिटी, लेंथ, टैंपरेचर, काफ़ी सारी यही चीज़ तो पढ़ते पे आप फिजिक्स में। फंडामेंटल क्वांटिटीज, नेचर ऑफ क्वांटिटीज, ਉਹਨਾਂ ਵਿੱਚੋਂ ਉਹ ਕੁਆਂਟੀਟੀਜ਼ ਜਿਹੜੀਆਂ ਕੁਆਂਟੀਟੀਜ਼ ਦੂਸਰੀ ਕੁਆਂਟੀਟੀ ਦੇ ਇੰਡੀਪੈਂਡੈਂਟ ਹੋਣ, ਉਹਨਾਂ ਨੂੰ ਇਹਦੇ ਨਾਲ ਕੋਈ ਲੈਣ ਦੇਣ ਨਾ ਹੋਏ, ਨਾ ਹੀ ਇਹਨਾਂ ਨੂੰ ਫਰਦਰ ਛੋਟੀ ਕੁਆਂਟੀਟੀ ਵਿੱਚ ਤੋੜਿਆ ਜਾ ਸਕੇ, ਨਾ ਹੀ ਇਹ ਕਿਸੇ ਕੁਆਂਟੀਟੀ ਤੋਂ ਮਿਲ ਕੇ ਬਣੀਆਂ ਹੋਣ, ਉਹਨਾਂ ਨੂੰ ਅਸੀਂ ਫੰਡਾਮੈਂਟਲ ਕੁਆਂਟੀਟੀਜ਼ ਬੋਲਦੇ ਹਾਂ। ਨਾ ਇਹਨਾਂ ਨੂੰ ਛੋਟੀ ਕੁਆਂਟੀਟੀ ਦੇ ਵਿੱਚ ਤੋੜਿਆ ਜਾ ਸਕੇ ਔਰ ਨਾ ਹੀ ਇਹ ਕਿਸੇ ਛੋਟੀ ਕੁਆਂਟੀਟੀ ਤੋਂ ਮਿਲ ਕੇ ਬਣੀਆਂ ਹੋਣ, ਉਹਨਾਂ ਨੂੰ ਆਪਾਂ ਫੰਡਾਮੈਂਟਲ ਕੁਆਂਟੀਟੀਜ਼ ਬੋਲਦੇ ਨੇ। ਸਾਡੇ ਕੋਲ ਫੰਡਾਮੈਂਟਲ ਕੁਆਂਟੀਟੀ, ਫਿਜ਼ੀਕਲ ਕੁਆਂਟੀਟੀ ਵਿੱਚ ਦੋ ਪ੍ਰਕਾਰ ਦੀਆਂ ਫਿਜ਼ੀਕਲ ਕੁਆਂਟੀਟੀ ਹੁੰਦੀਆਂ ਨੇ। ਇੱਕ ਤੇ ਉਹ ਜਿਹੜੀਆਂ ਕਿ ਫਰਦਰ ਤੋੜੀਆਂ ਨਹੀਂ ਜਾ ਸਕਦੀਆਂ, ਤੇ ਦੂਸਰੀਆਂ ਉਹ ਜਿਹੜੀਆਂ ਫੰਡਾਮੈਂਟਲ ਕੁਆਂਟੀਟੀਜ਼ ਤੋਂ ਮਿਲ ਕੇ ਬਣੀਆਂ ਹੁੰਦੀਆਂ ਨੇ। ਸੋ ਫੰਡਾਮੈਂਟਲ ਕੁਆਂਟੀਟੀਜ਼ ਸਾਡੇ ਕੋਲ ਬੇਸਿਕਲੀ ਹੈਗੀਆਂ ਨੇ 7। पहली फंडामेंटल क्वांटिटी है मास, नाल नाल असीं इहदे यूनिट भी लिखांगे, है तुहाडी फिजिकल क्वांटिटी और इधर इहदे यूनिट है। पहली आ गई मास, इहदा यूनिट हैगा किलोग्राम। दूसरी है लेंथ, इहदा यूनिट हैगा मीटर। तीसरा है तुहाडे कोल टाइम, इहदा यूनिट हैगा सैकेंड। तुहानूं याद होना फिजिक्स ਦੇ ਵਿੱਚ ਇਹ ਸਿਰਫ 3 ਫੰਡਾਮੈਂਟਲ ਕੁਆਂਟੀਟੀ ਆਪਾਂ ਡਾਇਮੈਂਸ਼ਨਲ ਫਾਰਮੂਲਾ ਬਣਾਉਣ 'ਚ ਯੂਜ਼ ਕੀਤੀਆਂ ਸੀ। ਚੌਥੀ ਹੈ ਟੈਂਪਰੇਚਰ। ਵੈਸੇ ਤੇ ਆਪਾਂ ਰੋਜ਼ਾਨਾ ਲਾਈਫ ਦੇ ਵਿੱਚ ਸੈਲਸੀਅਸ ਯੂਜ਼ ਕਰਦੇ ਹਾਂ, ਬਟ ਇਨ ਕੈਮਿਸਟਰੀ, ਇਨ ਸਾਇੰਟਿਫਿਕ ਪਰਪਸ ਇਹਦੇ ਯੂਨਿਟ ਹੈਗੇ ਨੇ ਕੈਲਵਿਨ। ਨੈਕਸਟ ਹੈਗਾ अमाउंट ऑफ मैटर। है यूनिट केमिस्ट्री में बहुत ज़्यादा यूज होने वाले हैं। अगला साडा टॉपिक भी यही है, मोल। नेक्स्ट है इलेक्ट्रिक करंट, एम्पियर। ते लास्ट है ल्यूमिनस इंटेंसिटी, जिन्हों आप मेजर करते हैं कैंडेला। कैंडेला CDA का सिंबल है। सो ये साडियां 7 फंडामेंटल क्वांटिटीज ने जड़ियां कि यूज कीतियां जांदियां ने साडे फंडामेंटल क्वांटिटीज मिलके ड्राइव्ड यूनिट बनाणगे। ਇਹਦੇ ਵਿੱਚੋਂ ਹਰੇਕ ਕੁਆਂਟੀਟੀ ਨੂੰ ਤੁਸੀਂ ਜਾਣਦੇ ਹੋਵੋਗੇ। ਮਾਸ, ਜਿੰਨਾ ਵੀ ਆਪਾਂ ਮਾਸ ਮੈਜ਼ਰਮੈਂਟਸ ਯੂਜ਼ ਕਰਦੇ ਹਾਂ ਕੈਮਿਸਟਰੀ ਵਿੱਚ, ਉਹ kg ਵਿੱਚ ਮੇਜਰ ਕੀਤਾ ਜਾਂਦਾ। ਕਈ ਚੀਜ਼ ਨੂੰ ਮੇਜਰ ਕਰਨਾ ਇਨ ਲੈਂਥ ਵਾਈਜ਼ ਆਪਾਂ ਨੂੰ ਮੀਟਰ 'ਚ ਕਰਦੇ ਹਾਂ। ਟਾਈਮ ਸੈਕਿੰਡ ਉਹਦਾ ਬੇਸਿਕ ਯੂਨਿਟ ਹੈ। ਅਮਾਊਂਟ ਆਫ ਮੈਟਰ, ਕੈਮਿਸਟਰੀ ਦੇ ਵਿੱਚ ਮੈਟਰ ਦੀ ਗੱਲ ਅਸੀਂ ਕੀਤੀ ਸੀ ਕਿ ਹਰੇਕ ਉਹ ਚੀਜ਼, ਐਨੀਥਿੰਗ ਦੈਟ have space, have volume and occupy space, ਉਹਨੂੰ ਆਪਾਂ ਬੋਲਦੇ ਹਾਂ ਕਿ ਉਹ ਮੈਟਰ ਹੈ। ਔਰ ਮੈਟਰ ਨੂੰ ਮੇਜਰ ਕਰਨ ਦੇ ਲਈ ਅਸੀਂ ਮੋਲ ਦਾ ਇਸਤੇਮਾਲ ਕਰਦੇ ਹਾਂ। ਇਹ ਲਗਭਗ ਕਿਲੋਗ੍ਰਾਮ ਦੀ ਤਰ੍ਹਾਂ ਹੀ ਆ। ਕਿਲੋਗ੍ਰਾਮ ਸਾਡੀ ਡੇਲੀ ਲਾਈਫ ਦੇ ਵਿੱਚ ਯੂਜ਼ ਹੋਣ ਵਾਲੀ ਯੂਨਿਟ ਹੈ, ਜਦ ਕਿ ਮੋਲ ਜਿਹੜਾ ਵਾ ਕੈਮਿਸਟਰੀ ਦਾ ਮੇਨ ਕਨਸੈਪਟ ਹੈ। ਮੋਲ ਦੇ ਆਲੇ ਦੁਆਲੇ ਪੂਰੀ ਕੈਮਿਸਟਰੀ ਚੱਲਦੀ ਰਹਿਣੀ ਹੈ। ਸੋ ਇਹਦੇ ਨਾਲ ਫਰੈਂਡਲੀ ਹੋਣਾ ਜਾਂ ਇਹਦੇ ਨਾਲ ਫਰੈਂਡਸ਼ਿਪ ਹੋਣਾ ਬਹੁਤ ਜ਼ਰੂਰੀ ਆ। ਆਪਾਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ। इलैक्ट्रिक करंट है यूनिट फिजिक्स तो है।
इलैक्ट्रिक करंट हुंदा द मोशन ऑफ चार्ज इनू मेजर किया जाता वा अंपीयर दे विच। और लास्ट आ गया ल्यूमिनस इंटेंसिटी। ल्यूमिनस इंटेंसिटी वो है तुहाडी किसी भी वो यूनिट है किसी असल च सही मायने में हैगा किसी रेडिएशन कितनी ज़्यादा ल्यूमिनस यानी कितना ज़्यादा प्रकाशवान होना ल्यूमिनस इंटेंसिटी है वा। ल्यूमिनस इंटेंसिटी का मतलब है रेडिएशंस ਜਿਹੜੀਆਂ ਨਿਕਲਦੀਆਂ ਪਈਆਂ ਉਹਨਾਂ ਦੀ ਅਮਾਉਂਟ ਕੀ ਹੈ, ਠੀਕ ਹੈ, ਤੇ ਉਹਨੂੰ ਆਪਾਂ ਕੈਂਡਲਾ 'ਚ ਮੂਵ ਕਰਦੇ ਹਾਂ। ਉਸੇ ਤਰ੍ਹਾਂ ਹੀ ਫੰਡਾਮੈਂਟਲ ਕੁਆਂਟੀਟੀਜ਼ ਤੋਂ ਮਿਲ ਕੇ ਬਣਦੀਆਂ ਨੇ ਤੁਹਾਡੇ ਕੋਲ ਡਿਰਾਈਵਡ ਕੁਆਂਟੀਟੀਜ਼। ਡਰਾइव्ड क्वांटिटीज वो क्वांटिटीज ने ਜਿਹੜੀਆਂ फंडामेंटल ਤੋਂ ਮਿਲ ਕੇ ਬਣੀਆਂ। मैं कुछ यूनिट ਦੱਸਣਾ। फॉर एग्जांपल वॉल्यूम। वॉल्यूम ਦਾ ਫਾਰਮੂਲਾ ਹੁੰਦਾ ਲੈਂਥ ਮਲਟੀਪਲਾਈ ਬ੍ਰੈਥ ਮਲਟੀਪਲਾਈ ਹਾਈਟ। ਤਿੰਨਾਂ ਨੂੰ ਹੀ ਮੇਜ਼ਰ ਕਰਨ ਦੇ ਲਈ ਆਪਾਂ ਲੈਂਥ ਦੇ ਯੂਨਿਟ ਮੀਟਰ ਦਾ ਯੂਜ਼ ਕਰਦੇ ਹਾਂ। ਸੋ ਮੀਟਰ ਇਨਟੂ ਮੀਟਰ दैट इज मीटर क्यूब। वॉल्यूम का यूनिट बनते हैं मीटर क्यूब। किदे तो मिलके बने मीटर तो। मीटर किदे यूनिट ही लेंथ दे। सो फंडामेंटल क्वांटिटी तो ही ड्राइव्ड क्वांटिटी के यूनिट बने। एक होर देख लो डेंसिटी। डेंसिटी का फार्मूला की होंदा? डेंसिटी का फार्मूला है मास पर यूनिट वॉल्यूम। मास पर यूनिट वॉल्यूम। मास का यूनिट केजी ते वॉल्यूम का यूनिट मीटर क्यूब। आ गया केजी मीटर इनवर्स क्यूब। यानी कि डेंसिटी के यूनिट कद तो बने फिर तो मास ते वॉल्यूम ते। मास ते वॉल्यूम के जिहड़े प्राइमरी यूनिट जिन्होंने फंडामेंटल यूनिट कहा सी वो केजी ते मीटर सी। इन्हां यूनिट्स नूं इत्थे पढ़न दा मेन कारण यही है कि 11th क्लास ਦੇ ਵਿੱਚ ਤੁਸੀਂ ਬਹੁਤ ਸਾਰੀਆਂ ਫਿਜ਼ੀਕਲ ਕੁਆਂਟੀਟੀਜ਼ ਪੜਨ ਜਾ ਰਹੇ ਹੋ ਔਰ ਉਹਨਾਂ ਫਿਜ਼ੀਕਲ ਕੁਆਂਟੀਟੀਜ਼ ਨੂੰ ਆਫਟਰ ਮੇਜ਼ਰਮੈਂਟ ਤੁਹਾਨੂੰ ਉਹਨਾਂ ਦੇ ਯੂਨਿਟ ਵੀ ਦੱਸਦੇ ਆ। ਸੋ ਸਾਰੀਆਂ ਚੀਜ਼ਾਂ ਫੰਡਾਮੈਂਟਲ ਕੁਆਂਟੀਟੀ ਨਾਲ ਹੀ ਜੁੜੀਆਂ ਨੇ। ਫੰਡਾਮੈਂਟਲ ਕੁਆਂਟੀਟੀਜ਼ ਉਹ ਕੁਆਂਟੀਟੀਜ਼ ਨੇ ਜਿਹੜੀਆਂ ਕਿ ਫਰਦਰ ਰਿਜ਼ੋਲਵ ਨਹੀਂ ਹੋ ਸਕਦੀਆਂ, ਜਦ ਕਿ ਡਰਾਈਵਡ ਕੁਆਂਟੀਟੀਜ਼ ਫੰਡਾਮੈਂਟਲ ਤੋਂ ਹੀ ਮਿਲ ਕੇ ਬਣਦੀਆਂ ਨੇ। ਬਹੁਤ ਸਾਰੀਆਂ ਨੇ ਬੁੱਕ ਦੇਖੋਗੇ बुक ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿੱਤਾ। मैं ਤੁਹਾਨੂੰ ਨੋਟਸ ਦਿਆਂਗਾ। ਇਹ 7 ਦੀਆਂ 7 ਫੰਡਾਮੈਂਟਲ ਕੁਆਂਟੀਟੀਜ਼ ਜਿਹੜੀਆਂ ਨੇ 7 ਔਰ 7 ਸਾਰੀਆਂ ਕੁਆਂਟੀਟੀਜ਼ ਦੇ ਬੇਸਿਕ ਡੈਫੀਨੇਸ਼ਨਸ ਜਿਹੜੀਆਂ ਨੇ ਉਹਨਾਂ ਯੂਨਿਟਸ ਹੈਗੀਆਂ ਨੇ। ਅਸਲ ਵਿੱਚ ਇਹ ਸਾਰੀਆਂ ਕੁਆਂਟੀਟੀਜ਼ ਦੇ ਪ੍ਰੋਟੋਕੋਲਸ ਦਾ ਮਤਲਬ ਹੈ ਕਿ ਇਹਨਾਂ ਨੂੰ ਮੇਜ਼ਰ ਕਰਨ ਦੇ ਲਈ ਕੋਈ ਤੇ ਚੀਜ਼ ਹੋਏਗੀ ਜਿੱਥੋਂ ਮੇਜ਼ਰਮੈਂਟ ਹੋ ਜਾਏਗੀ ਕਿ 1 kg ਕਿੰਨਾ ਹੁੰਦਾ, 1 ਮੀਟਰ ਐਗਜ਼ੈਕਟ ਲੈਂਥ ਹੈ ਕੀ ਆ। ਇਹ ਸਾਰਿਆਂ ਦੀ ਮੇਜ਼ਰਮੈਂਟ ਜਿਹੜੀ ਹੈਗੀ ਆ ਇਹਨਾਂ ਦੇ ਲਈ ਜਿਹੜੇ ਯੂਨਿਟ ਹੈ ਇਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਸੇਫ ਰੱਖਿਆ ਗਿਆ। ਉਸ ਜਗ੍ਹਾ ਦਾ ਨਾਮ ਹੈਗਾ ਇੰਟਰਨੈਸ਼ਨਲ ਬਿਊਰੋ ਆਫ ਵੇਟਸ ਐਂਡ ਮੇਜਰ ਇਨ ਫਰਾਂਸ। ਠੀਕ ਹੈ ਜੀ। ਸੋ ਇਹ ਜਿਹੜੇ ਫਰਾਂਸ ਦੇ ਵਿੱਚ ਹੈ ਸਾਰੀ ਮੇਜ਼ਰਮੈਂਟ ਜਿੰਨਾ ਵੀ ਇਹਦੀ ਚੀਜ਼ ਨੂੰ ਰੱਖਿਆ ਗਿਆ ਉਹਨਾਂ ਵਿੱਚ ਇਹਨਾਂ ਦੀ ਡੈਫੀਨੇਸ਼ਨਸ ਨੂੰ ਵੀ ਲਿਖਿਆ ਗਿਆ। ਉਹਨਾਂ ਡੈਫੀਨੇਸ਼ਨਸ ਨੂੰ ਆਪਾਂ ਲਰਨ ਵੀ ਕਰਨਾ ਵਾ ਔਰ ਉਹਨਾਂ ਨੂੰ ਆਪਾਂ ਨੋਟਸ ਵਿੱਚ ਬਣਾਉਣਾ ਵੀ ਹੈ। ਸੋ ਅੱਜ ਦਾ ਜਿਹੜਾ ਟੌਪਿਕ ਆਪਾਂ ਸ਼ੁਰੂ ਕੀਤਾ ਫੰਡਾਮੈਂਟਲ ਕੁਆਂਟੀਟੀਜ਼ ਤੇ ਡਰਾਈਵਡ ਕੁਆਂਟੀਟੀਜ਼ ਵਾਲਾ, ਇਹਨਾਂ ਦੇ ਤੁਹਾਨੂੰ ਨੋਟਸ ਵੀ ਮਿਲਦੇ ਆ। ਇਹਨੂੰ ਪ੍ਰੋਪਰ ਵੇ ਨਾਲ ਬਣਾਉਣਾ, ਕੋਈ ਜ਼ਿਆਦਾ ਟਿਪੀਕਲ ਗੱਲ ਨਹੀਂ ਆ। ਦੇਖੋ ਜਰਾ ਕਰੋ ਨੋਟ। हाँ जी, केमिस्ट्री का आधार नेक्स्ट टॉपिक है। आधार क्यों कहा? क्योंकि डाल्टन नाम के एक विज्ञानिक ने जो कि बॉर्न है 1766 तो इंग्लैंड तो, उन्होंने एक थ्योरी दी थी डाल्टन एटॉमिक थ्योरी। जी डाल्टन एटॉमिक थ्योरी है लॉ ऑफ कंजर्वेशन ऑफ मास एंड द लॉ ऑफ कांस्टेंट कंपोजिशन। इस बेस ते दोनों लॉ पढ़े थे। दोनों लॉ दे बेस के उत्ते डाल्टन ने अपनी एटॉमिक थ्योरी दी। एटॉमिक थ्योरी एटम के बारे ही। एटम की है देखो, इंडिया दे विच एक ऋषि होए, नाम सी महारिषि कन्नड़।
ਉਹਨਾਂ ਨੇ ਇਸ ਐਟਮ ਨੂੰ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਪਰਮਾਣੂ, ਉਹਨਾਂ ਨੇ ਇਹਨੂੰ ਨਾਮ ਦੇ ਦਿੱਤਾ ਪਰਮਾਣੂ। ਠੀਕ ਹੈ, ਕੀ ਇਹਨਾਂ ਦੇ ਮੁਤਾਬਿਕ ਅਗਰ ਮੰਨ ਲਓ ਕੋਈ ਵੀ ਮੈਟਰ ਉਹਨੂੰ ਅਸੀਂ ਤੋੜਦੇ ਜਾਈਏ ਸਮਾਲਰ ਯੂਨਿਟ ਵਿੱਚ, ਛੋਟੇ ਹਿੱਸਿਆਂ ਵਿੱਚ ਤੋੜਦੇ ਜਾਈਏ ਤੇ ਜਿਹੜਾ ਸਭ ਤੋਂ ਛੋਟਾ ਹਿੱਸਾ ਜਿਹੜਾ ਹੋਰ ਇਹਦੇ ਤੋਂ ਬਾਅਦ ਟੁੱਟ ਨਾ ਸਕੇ ਤੇ ਇੰਡੀਵਿਜੂਅਲ ਰਹੇ, ਉਹਨੂੰ ਐਟਮ ਕਹਿ ਦਿੱਤਾ ਗਿਆ। The smallest individual particle of any matter by the combination of which the whole matter is formed, ਜਿਹਦੇ ਪੂਰੇ ਦੇ ਪੂਰੇ ਕੰਬੀਨੇਸ਼ਨ ਦੇ ਨਾਲ ਮੈਟਰ ਮਿਲ ਕੇ ਬਣਦਾ ਵਾ। ਮੈਟਰ ਕੀ ਆ? ਮੈਟਰ ਬਹੁਤ ਸਾਰੇ ਐਟਮਸ, ਇਹ ਸਾਰੇ ਕੀ ਆ? ਐਟਮਸ ਨੇ, ਇਹਨਾਂ ਨਾਲ ਮਿਲ ਕੇ ਬਣਦਾ ਵਾ, ਜਿਨ੍ਹਾਂ ਨੂੰ ਹੋਰ ਤੋੜਿਆ ਨਹੀਂ ਜਾ ਸਕਦਾ। ਫੋਰ ਐਗਜ਼ਾਮਪਲ ਇਹੀ ਆ, ਇਹ 'ਚ ਕੈਪ ਹੈ, ਇਹ ਪੂਰਾ ਸ਼ੈਲ ਹੈ, ਇਹਨੂੰ ਤੋੜਦੇ ਜਾਂਦੇ ਆ, ਇੱਕ ਲਾਸਟ ਹਿੱਸਾ ਜਿਹੜਾ ਹੋਰ ਨਾ ਟੁੱਟ ਸਕੇ ਉਹ ਐਟਮ ਹੋ ਗਿਆ। ਸੋ ਡਾਲਟਨ ਨੇ ਆਪਣੀ ਕੈਮਿਸਟਰੀ ਦਾ ਮੇਨ ਵਜੂਦ ਦੱਸਿਆ ਤੇ ਉਹਨੇ ਕਿਹਾ ਕਿ ਉਹਨੇ ਦੋ ਲਾ ਦੇ ਬੇਸ ਦੇ ਉੱਤੇ ਕੁਝ ਐਟਮ ਦੀ ਥਿਊਰੀ ਦਿੱਤੀ। ਉਹ ਗੱਲ ਅਲੱਗ ਹੈ ਕਿ ਇਹਦੀ ਜਿਹੜੀ ਥਿਊਰੀ ਦਿੱਤੀ ਆ ਉਹਦੇ ਵਿੱਚ ਬਹੁਤ ਸਾਰੇ ਪੁਆਇੰਟ ਹੁਣ ਤੱਕ ਖਤਮ ਹੋ ਚੁੱਕੇ ਆ, ਜਾਂ ਕਹਿ ਲਓ ਕਿ ਉਹਨਾਂ ਨੂੰ ਡਿਸਇੰਪਰੂਵ ਕਰ ਦਿੱਤਾ, ਵੀ ਇਹਨਾਂ ਨੂੰ ਕਹਿਤਾ ਵੀ ਨਹੀਂ ਇਹ ਠੀਕ ਨਹੀਂ ਹੈ। ਪਰ ਕਿਉਂਕਿ ਇਹ ਸਾਡੀ ਕੈਮਿਸਟਰੀ ਦਾ ਆਧਾਰ ਹੀ, ਇਹ ਸਾਡੀ ਸਭ ਤੋਂ ਪਹਿਲੀ ਥਿਊਰੀ ਆ, ਐਟਮ ਦੇ ਬਾਰੇ ਐਟੋਮਿਕ ਥਿਊਰੀ ਦੇਣ ਵਾਲਾ ਡਾਲਟਨ ਸਭ ਤੋਂ ਪਹਿਲਾ ਇਨਸਾਨ ਸੀ, ਇਸ ਕਰਕੇ ਆਪਾਂ ਇਹਨੂੰ ਬਹੁਤ ਇੰਪੋਰਟੈਂਟ ਮੰਨਦੇ ਆ। ਪਰ ਮੈਂ ਕਾਫੀ ਵਾਰ ਕਿਹਾ ਵਾ ਕਿ ਕਿਸੇ ਚੀਜ਼ ਨੂੰ ਸਭ ਤੋਂ ਪਹਿਲੀ ਵਾਰ ਪਤਾ ਕਰਨਾ ਜਦੋਂ ਉਹਦੇ ਬੇਸ ਦੇ ਉੱਤੇ ਕੋਈ ਥਿਊਰੀ ਨਾ ਹੋਏ, ਕੋਈ ਵੀ ਚੀਜ਼ ਪੜ੍ਹਨ ਵਾਲੀ ਨਾ ਹੋਏ, ਉਹਦੇ ਕੋਈ ਅਗੇਂਸਟ ਕੋਈ ਗੱਲ ਨਾ ਹੋਏ, ਤੇ ਜ਼ਿਆਦਾ ਟਿਪੀਕਲ ਹੁੰਦਾ ਰੈਦਰ ਦੈਨ ਕਿਸੇ ਥਿਊਰੀ ਦੇ ਉੱਤੇ ਪੜ੍ਹਨਾ। ਯਾਨੀ ਕਿ ਅਗਰ ਡਾਲਟਨ ਥਿਊਰੀ ਨੂੰ ਬਾਅਦ ਵਿੱਚ ਮੋਡੀਫਾਈ ਕੀਤਾ ਗਿਆ ਉਹ ਆਸਾਨ ਸੀ, ਪਰ ਡਾਲਟਨ ਥਿਊਰੀ ਜਿਹਨੇ ਪਹਿਲਾਂ ਬਣਾਈ ਉਹ ਥੋੜਾ ਟਿਪੀਕਲ ਸੀ। ਆਓ ਗੱਲ ਕਰਦੇ ਹਾਂ ਡਾਲਟਨ ਨੇ ਕੀ ਗੱਲਾਂ ਕਹੀਆਂ, ਡਾਲਟਨ ਦੀਆਂ ਥਿਊਰੀ ਦੇ ਮੇਨ ਪੁਆਇੰਟ ਕੀ ਸੀ। ਸਭ ਤੋਂ ਪਹਿਲਾ ਪੁਆਇੰਟ ਹੀ, ਮੈਂ ਥਿਊਰੀ ਨਹੀਂ ਕਰਾਵਾਂਗਾ, ਥਿਊਰੀ 'ਚ ਤੁਹਾਨੂੰ ਨੋਟਸ ਮਿਲ ਜਾਣਗੇ। ਡਾਲਟਨ ਨੇ ਸਭ ਤੋਂ ਪਹਿਲਾ ਪੁਆਇੰਟ ਕਿਹਾ ਕਿ ਜਿਹੜਾ ਮੈਟਰ ਹੈ, ਮੈਟਰ ਇਜ਼ ਮੇਡ ਅਪ of extremely small particles। ਮੈਟਰ ਜਿਹੜਾ ਵਾ ਉਹ ਬਣਿਆ ਹੋਇਆ ਬਹੁਤ ਹੀ ਛੋਟੇ ਪਾਰਟੀਕਲਸ ਤੋਂ, ਜਿਹੜੇ ਕਿ ਇੰਡਸਟਰਕਟੀਬਲ ਹੈ, ਅਲਟੀਮੇਟ ਪਾਰਟੀਕਲਸ ਨੇ ਔਰ ਐਗਜ਼ਿਸਟ ਕਰ ਸਕਦੇ ਆ ਇੰਡੀਵਿਜੂਅਲੀ, ਉਹਨਾਂ ਨੂੰ ਉਹਨੇ ਐਟਮ ਦਾ ਨਾਮ ਦੇ ਦਿੱਤਾ। ਮੈਂ ਫਿਰ ਦੱਸ ਦੇਣਾ, ਮੈਂ ਥਿਊਰੀ ਨਹੀਂ ਕਰਵਾ ਰਿਹਾ, ਇਹਨੂੰ ਸਿਰਫ ਸਮਝਣਾ, ਮੈਂ ਤੁਹਾਨੂੰ ਨੋਟਸ ਦਿਆਂਗੇ, ਇਹਦੇ ਡਾਲਟਨ ਐਟੋਮਿਕ ਥਿਊਰੀ ਦੇ ਨੋਟਸ ਮਿਲ ਜਾਣਗੇ। ਠੀਕ ਹੈ, ਸੋ ਇਹਨਾਂ ਪਾਰਟੀਕਲਸ ਨੂੰ ਜਿਹੜੇ ਕਿ ਬਹੁਤ ਛੋਟੇ ਨੇ, ਨਾ ਹੋਰ ਫਰਦਰ ਤੋੜੇ ਜਾ ਸਕਦੇ ਆ, ਇੰਡੀਵਿਜੂਅਲੀ ਐਗਜ਼ਿਸਟ ਕਰਦੇ ਨੇ, ਉਹਨੂੰ ਡਾਲਟਨ ਨੇ ਨਾਮ ਦਿੱਤਾ ਕਿ ਇਹ ਐਟਮਸ ਨੇ। ਦੂਸਰਾ ਪੁਆਇੰਟ ਕੀ ਸੀ ਥਿਊਰੀ ਦਾ? ਦੂਸਰਾ ਪੁਆਇੰਟ ਆ ਸੀ same elements have atoms of similar properties। मतलब ਇਹਦਾ ਕੀ ਆ ਕਿ ਅਗਰ ਕੋਈ ਵੀ ਐਲੀਮੈਂਟ ਹੈ, ਕਿਸੇ ਵੀ ਜਗ੍ਹਾ ਤੋਂ ਆਇਆ, ਮੰਨ ਲਓ ਫੋਰ ਐਗਜ਼ਾਮਪਲ ਸੋਡੀਅਮ ਹੈ, ਸੋਡੀਅਮ ਤੁਸੀਂ ਕਿਤੋਂ ਵੀ ਲਿਆ, ਚਾਹੇ ਤੁਸੀਂ ਇੱਥੋਂ ਆ, ਚਾਹੇ ਕਿ ਬਾਹਰੋਂ ਆ, ਚਾਹੇ ਕਿਸੇ ਵੀ ਜਗ੍ਹਾ ਤੋਂ, ਸੋਡੀਅਮ ਦੇ ਜਿੰਨੇ ਵੀ ਐਟਮਸ ਹੋਣਗੇ, ਜਿਹੜੀ ਮਰਜ਼ੀ ਜਗ੍ਹਾ ਤੋਂ ਤੁਸੀਂ ਸੋਡੀਅਮ ਲੈ ਕੇ ਆਏ ਹੋ, ਉਹ ਸਾਰੇ ਦੇ ਸਾਰੇ ਐਟਮਸ ਦੀਆਂ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਹੈ, ਫੋਰ ਐਗਜ਼ਾਮਪਲ ਸ਼ੇਪ, ਸਾਈਜ਼, ਵੋਲਿਊਮ, ਉਹ ਸਾਰੇ ਦੇ ਸਾਰੇ ਐਟਮਸ ਦਾ ਸੇਮ ਹੋਏਗਾ। ਯਾਨੀ ਕਿ ਸੇਮ ਟਾਈਪ of elements have same type of atoms, यानी कि इक्को जे एलिमेंट दे विच इक्को जे एटम होणगे। ਇਹਦੇ ਦੂਸਰਾ ਪੁਆਇੰਟ ਤੋਂ ਨੈਕਸਟ ਪੁਆਇੰਟ ਬਿਲਕੁਲ ਇਹਦੇ ਆਪੋਜ਼ਿਟ ਹੀ, different elements have atoms of dissimilar properties। मतलब अगर मान लो कोई एक एलिमेंट है सोडियम का और दूसरा एलिमेंट है लेट पोटेशियम का, तो दोनों के एटम्स की जिहड़ी प्रॉपर्टीज ने वो सेम नहीं होणगियां, शेप, साइज या वॉल्यूम किते ना किते सोडियम के एटम्स का पोटेशियम के एटम्स नालों अलग होएगा। यानी कि डिफरेंट एटम्स ऑफ डिफरेंट एलिमेंट्स हैव डिफरेंट प्रॉपर्टीज। ऐसी ਇਹਦਾ
तीसरा पॉइंट, चौथा पॉइंट की सी, चौथा पॉइंट सी एटम इज द स्मॉलेस्ट यूनिट दैट टेक पार्ट इन एनी टाइप ऑफ केमिकल रिएक्शन। किसी भी तरह की केमिकल रिएक्शन दे विच हिस्सा लैन वाला एलिमेंट, हिस्सा लैन वाला सब तो छोटा जिहड़ा यूनिट है वो एटम है। यह पॉइंट बिल्कुल सही और अजे तक वैलिड है, अजे तक वैलिड है। किसी भी केमिकल रिएक्शन में अगर कोई भी सब तो छोटा यूनिट जो कि उहदे च हिस्सा लैंदा, तुसीं नोट करियो, फॉर एग्जांपल है कार्बन प्लस ऑक्सीजन, यह एक बर्निंग प्रोसैस हुई, ये कार्बन के एटम ते ऑक्सीजन के एटम इन्होंने हिस्सा लैके कार्बन डाइऑक्साइड बना दी। सो यह लॉ बिल्कुल वैलिड सी कि किसी भी केमिकल रिएक्शन दे विच हिस्सा लैन वाला सब तो छोटा जिहड़ा एटम है वो, सब तो छोटा जिहड़ा यूनिट है सॉरी वो तुहाडा एटम होएगा। ठीक है, यही चौथा पॉइंट। सो पंजवां पॉइंट की है, पंजवां पॉइंट हैगा कंपाउंड दी डेफिनेशन, जिहदे विच आ क्या गया, एटम्स ऑफ टू और मोर एलिमेंट्स कंबाइन टू फॉर्म ए डेफिनेट कंपाउंड। कहता कि दो एटम्स of two different elements combine to form atoms of, एक मिनट, हाँ जी, ते नेक्स्ट पॉइंट की बोल रहा, एटम्स ऑफ डिफरेंट एलिमेंट combine to form compounds when they are in fixed ratio, ਜਦੋਂ ਵੀ ਉਹ ਫਿਕਸਡ ਰੇਸ਼ੋ ਚ ਹੋਣਗੇ। ठीक है, और इस पॉइंट में ये भी गल कही गई कि ਇਹ ਫਿਕਸਡ ਰੇਸ਼ੋ ਹਮੇਸ਼ਾ ਹੋਲ ਨੰਬਰ ਰੇਸ਼ੋ ਹੋਏਗੀ। मतलब ਇਹਦਾ ਕੀ ਆ ਕਿ ਕਹਿੰਦਾ ਕਿ ਵੱਖਰੇ ਵੱਖਰੇ एलिमेंट्स ਦੇ कंपाउंड, फॉर एग्जांपल एक हाइड्रोजन आ गया, दूसरा कंपाउंड क्लोरीन आ गया, सॉरी एलिमेंट, एक हाइड्रोजन का एटम आ गया, एक क्लोरीन का आ गया, दोनों ने मिलके HCl बना दिता और ਇਹਦੇ ਵਿੱਚ ਇਹਨਾਂ ਦੀ ਜਿਹੜੀ ਰੇਸ਼ੋ ਰਹੀ 1:1 ਰਹੀ। एक हाइड्रोजन एटम एक क्लोरीन ਨਾਲ ਜੁੜਿਆ ਤੇ ਇੱਕ कंपाउंड ਬਣਿਆ हाइड्रोजन क्लोराइड। ठीक है, और ਇਹ ਹਮੇਸ਼ਾ होल नंबर रेशो ਚ ही करेंगे। होल नंबर रेशो मतलब 1 2 ਨਾਲ जुड़ेगा, 1 3 ਨਾਲ जुड़ेगा, 2 3 ਨਾਲ जुड़ेगा, होल नंबर रेशो च। ਇਹ नहीं होएगा कि कोई फ्रैक्शनल रेशो होएगी, एक ਜਿਹੜਾ ਵਾ ਉਹ 1.5 ਨਾਲ 2.5 ਨਾਲ, इस तरह नहीं, फ्रैक्शनल रेशो नहीं होएगी। ਇਹ एक किस्म ਦੀ कंपाउंड ਦੀ डेफिनेशन भी ਦਿੱਤੀ ही डाल्टन ने। नेक्स्ट पॉइंट हैगा एटम्स कैन नाइदर बी क्रिएटेड nor be destroyed in any chemical reaction। किसी भी केमिकल चेंज या केमिकल या फिजिकल चेंज के दौरान, केमिकल और फिजिकल दोनों चीज़ों लिए बोलिया जिन्होंने, किसी भी केमिकल या फिजिकल चेंज के दौरान एटम ना तो क्रिएट किया जा सकेगा ना ही डिस्ट्रॉयड किया जा सकेगा। कुछ पॉइंट इत्थे गलत ने पर आप हजे वही गल करते पे हैं जो डाल्टन ने अपनी थ्योरीज नूं दसियां ही या दित्तियां ही। लास्ट पॉइंट हैगा एटम्स जिहड़े ने, एटम्स कंबाइन विद डिफरेंट नंबर्स टू फॉर्म मल्टीपल कंपाउंड। मतलब की होया दा कि यह हो सकता वा कि कोई दो तरह के एटम आपस में मिलन पर उन्होंने गिनती अलग होने के उत्ते वो अलग अलग कंपाउंड बना दें। एग्जाम्पल देना मैं तुहानूं, फॉर एग्जाम्पल इत्थे सल्फर ते ऑक्सीजन,
सल्फर डाइऑक्साइड, सल्फर ते ऑक्सीजन दे 3 एटम्स, सल्फर डाइऑक्साइड, कार्बन ऑक्सीजन, कार्बन डाइऑक्साइड, कार्बन इथे कार्बोनेट बन जाता। इस प्रकार के नाल तुहाडे कोल अलग अलग एटम्स जिहड़े ने उन्हां दी गिनती चेंज होने करके अलग अलग कंपाउंड दिंदे, यानी कि एटम्स गिव डिफरेंट कंपाउंड व्हेन दे डू सो विद डिफरेंट नंबर ऑफ कंपोजिशन। अलग अलग कंपोजिशन दे नाल दो एटम्स जिहड़े ने अलग अलग कंपाउंड दे सकदे आ, ए उन्हां ने कहा सी। सो लास्ट पॉइंट हैगा दा, लास्ट पॉइंट हैगा एंड विच उन्होंने सारी चीज का तत्त कढ़िया ही कि कहंदा कि द केमिकल रिएक्शन इज नथिंग, केमिकल रिएक्शन कुछ नहीं है, इट इज जस्ट एडिशन, सबट्रैक्शन, सब्स्टिट्यूशन, डिस्प्लेसमेंट ऑफ द एटम्स इन द गिवन रिएक्शन। मतलब कि केमिकल रिएक्शन कुछ नहीं है, केमिकल रिएक्शन दे विच जां ते एडिशन हुंदी है या कोई सबट्रैक्शन होंदी है। मतलब जां कहंदा केमिकल रिएक्शन कुछ नहीं है, केमिकल रिएक्शन विच एटम्स जिहड़े आ जां जुड़े करदे आ या एटम टुटे करदे आ या एक दूजे नूं डिस्प्लेस करदे पे आ। इट मीनस डाल्टन एटॉमिक थ्योरी पूरी तरह एटम्स नूं एक सुपर हीरो एक्सप्लोर करे करदी है, जिहदे विच उन्हें सारियां गल्लां एटम्स बारे कहियां, जिहदे विच उन्हें कहा एटम सब तो ज़्यादा छोटा है और इस तो छोटा कुछ नहीं है, इनू इदों तो ज़्यादा होर नहीं तोड़िया जा सकता, यही सब तो मेन स्मॉलेस्ट फंडामेंटल पार्टिकल है। ठीक है। दूसरी गल उन्हें कही कि एक प्रकार के एलीमेंट विच जिन्ने भी एटम होणगे वो एलीमेंट जिथों मर्जी आया होए उहदे विच उहदे ट्रेसिस तुसीं जिथों मर्जी ले आ, वो हर प्रकार के एटम्स जिहड़े आ उहनां विच इक्को जिही होणगे, उहनां एलीमेंट्स दे विच जिहड़े सेम है। ठीक है। और उहदे उल्ट भी है क्या कि डिफरेंट एलीमेंट दे विच एटम्स जिहड़े आ उहनां दीयां प्रॉपर्टीज अलग अलग होणगियां। एक एलीमेंट दे एटम दूजे एलीमेंट दे एटमां नाल उहनां नाल प्रॉपर्टीज सेम नहीं होणगियां। चौथा पॉइंट हैगा ही कि एटम नूं एटम जिहड़ा वा स्मॉलेस्ट यूनिट है जो कि किसी केमिकल रिएक्शन दे विच हिस्सा लैंदा है। इट इज अ स्मॉलेस्ट यूनिट दैट टेक पार्ट इन एनी केमिकल रिएक्शन। और यह गल बिल्कुल सही है। उस तो बाद कहा गया कि एटम जिहड़े ने दो डिफरेंट एलीमेंट्स के एटम जिहड़े आपस में कंबाइन जदों करते हैं तो वो कंपाउंड बनाते हैं, और जो कंपाउंड बनाते हैं तो इस वेले वो हमेशा यह करते हैं फिक्सड रेशो के थ्रू। कंपाउंड दे विच हमेशा एक एलीमेंट का एटम तो दूजे एलीमेंट का एटम की रेशो, जिद्दां मैं तुहानूं दस्सिया कि जदों भी तुहाडे कोल वाटर मॉलीक्यूल बनेगा, जिहड़ा मर्जी तरीके नाल बने वाटर मॉलीक्यूल जिथों मर्जी लै लो, उहदे विच तुहाडा हाइड्रोजन बाय पार्ट जिहड़ा वा एटम जिहड़े हाइड्रोजन दे 2 ही होणगे, ऑक्सीजन दे 1 ही होणगे। ते जां फिर एटॉमिक मास की गल कर लईए ते 1:8 दी रेशो रहेगी हमेशा कंपाउंड बनाने दे लई, जो आपां लॉ ऑफ कांस्टेंट कंपोजिशन पढ़िया ही। नैक्सट आ गया कि किसी भी एटम नूं किसी फिजिकल या कैमिकल रिएक्शन दे विच ना ते क्रिएट किया जा सकता, ना ही डिस्ट्रॉयड किया जा सकता। और उस तो बाद अगला पॉइंट है कि एटम्स जिहड़े ने कई बार अगर एटम्स दो अलग अलग एलीमेंट के एटम अपनी गिनती चेंज कर लैन ते वो 2 तो वध कंपाउंड भी बना सकते हैं, 2 या 2 तो वध कंपाउंड भी बना सकते हैं जदों उन्हां दे विच एटम्स की रेशो चेंज हो जाएगी। ठीक है। जिद्दां मैं एग्जांपल्स तुहानूं दित्तियां। ते लास्ट पॉइंट ही जो कि सारी चीज़ का सम अप ही कि उन्हें कहा कि केमिकल रिएक्शन जिहड़ी आ वो कुछ खास नहीं है, वो सिर्फ और सिर्फ एटम्स का जुड़ना, सबट्रैक्ट होना और डिस्प्लेसमेंट देना, जो आप पढ़ के आए हैं कि डिफरेंट टाइप्स ऑफ केमिकल रिएक्शंस जिहड़ियां होंदियां ने वो ही। सो डाल्टन दी सारी जिहड़ी थ्योरी है वो सारी एटम के आले दुआले घूमती पई है। इन्हू नोटिफाई करो। हाँ जी। जिथे डाल्टन लॉ के बड़े फीचर्स जिहड़े ही वधिया प्रूफ होए, उसे ही जगह के उत्ते डाल्टन्स थ्योरी जिहड़ी है, जिथे डाल्टन एटॉमिक ने अपने सारे फीचर दिते, एटम नूं एक तरह का हीरो शो किया, उत्थे ही डाल्टन एटॉमिक थ्योरी के विच कुछ लिमिटेशंस रहियां, जिहदे करके आपां डिसएग्री हो गए कि इस एटॉमिक थ्योरी च कुछ गड़बड़ है
ਜਿਹਨੂੰ ਕੁਝ ਟਾਈਮ ਬਾਅਦ ਆਪਾਂ ਬਾਅਦ ਵਿੱਚ ਇਹਨੂੰ ਡ੍ਰੌਪ ਕੀਤਾ। ਹਾਂ ਇਹ ਗੱਲ ਜ਼ਰੂਰ ਮੰਨਣੀ ਪਏਗੀ ਕਿ ਉਹਨੇ ਉਸ ਟਾਈਮ ਦੇ ਐਟਮ ਬਾਰੇ ਜੋ ਵੀ ਖੋਜ ਹੀ ਉਹਦਾ ਜਿਹੜਾ ਇਨੀਸ਼ੀਏਟ ਜਿਹੜਾ ਪੀਰੀਅਡ ਆ ਉਹਨੇ ਸਾਂਭਿਆ, ਉਹਨੇ ਸਟਾਰਟ ਕੀਤਾ। ਉਸ ਟਾਈਮ ਦੇ ਉੱਤੇ ਕੋਈ ਵੀ ਇਹੋ ਜਿਹਾ ਕੈਮਿਸਟ ਨਹੀਂ ਜਿਹਨੇ ਕਿ ਇਹਨਾਂ ਚੀਜ਼ਾਂ ਦੇ ਪਤਾ ਕੀਤਾ ਸੀ। ਸੋ ਡਾਲਟਨ ਜਿਹੜਾ ਵਾ ਉਹ ਟੌਪ ਮੋਸਟ ਮੰਨਿਆ ਜਾਂਦਾ ਜਦੋਂ ਵੀ ਐਟਮ ਦੀ ਗੱਲ ਆਉਂਦੀ ਆ। ਤੇ ਦੂਸਰਾ ਨਾਮ ਆਪਾਂ ਡਾਲਟਨ ਕਵਾਂਗੇ ਕਿਉਂਕਿ ਐਟਮ ਦੀ ਸ਼ੁਰੂਆਤ ਡਾਲਟਨ ਨੇ ਦਿੱਤੀ ਸੀ। ਤਾਂ ਦੇਖੀ ਕੀ ਇਹਦੇ ਡਰਾਬੈਕ ਸੀ। ਪਹਿਲੀ ਲਿਮਿਟੇਸ਼ਨ ਸੀ ਕਿ ਇਹਨੇ ਜਿੰਨੇ ਵੀ ਲਾਅ ਦਿੱਤੇ, ਡਾਲਟਨ ਨੇ ਜਿੰਨੇ ਵੀ ਲਾਅ ਦਿੱਤੇ ਸਾਰੇ ਦੇ ਸਾਰੇ ਲਾਅ ਜਿਹੜੇ ਹੀ ਉਹ ਲਾਅ ਆਫ ਮਾਸਿਸ ਸੀ। ਜਿਹੜੇ ਪਹਿਲੇ ਲਾਅ ਹੀ ਨਾ ਉਹਨਾਂ ਨੂੰ ਉਹਨੇ ਐਕਸਪਲੇਨ ਵੀ ਕੀਤਾ। ਲਾਅ ਆਫ ਕਾਂਸਟੈਂਟ ਕੰਪੋਜੀਸ਼ਨ, ਮਲਟੀਪਲ ਪ੍ਰਪੋਰਸ਼ਨ, ਫਿਕਸ ਕੰਜ਼ਰਵੇਸ਼ਨ ਆਫ ਮਾਸ ਜਾਂ ਫਿਰ ਰੈਸੀਪ੍ਰੋਕਲ ਪ੍ਰਪੋਰਸ਼ਨ। ਇਹ ਚਾਰ ਦੇ ਚਾਰ ਲਾਅ ਮੈਂ ਤੁਹਾਨੂੰ ਕਰਵਾਏ। ਇਹ ਚਾਰੇ ਲਾਅ ਜਿਹੜੇ ਆ ਮਾਸ ਨਾਲ ਜੁੜੇ ਸੀ। ਪਰ ਜਿਹੜਾ ਲਾਅ ਗੈਸ ਦੇ ਵੋਲਿਊਮ ਨਾਲ ਜੁੜਿਆ ਸੀ ਉਹਨੇ ਉਹਨਾਂ ਨੂੰ ਲਾਅ ਆਫ ਗੈਸਿਸ ਵੋਲਿਊਮ ਦੇ ਆਧਾਰ ਦੇ ਉੱਤੇ ਇਹਨੂੰ ਐਕਸਪਲੇਨ ਨਹੀਂ ਕੀਤਾ। ਯਾਨੀ ਕਿ ਮੋਲੀਕਿਊਲਸ ਦੇ ਬਾਰੇ ਇਹਨੇ ਕੁਝ ਨਹੀਂ ਦੱਸਿਆ ਕਿਉਂਕਿ ਗੈਸਾਂ ਵਿੱਚ ਕੀ ਹੁੰਦਾ, ਮੋਲੀਕਿਊਲ ਹੁੰਦਾ ਨਾ। ਗੈਸਾਂ ਦੇ ਵੋਲਿਊਮ ਜਿਹੜੇ ਆ ਮੋਲੀਕਿਊਲਸ ਆਫ ਗੈਸ ਨਾਲ ਬਣਦੇ ਆ। ਸੋ ਪਹਿਲਾ ਪ੍ਰੋਬਲਮ ਤੇ ਆ ਗਈ ਕਿ ਇਹਨੇ ਲਾਅ ਰਿਲੇਟਡ ਟੂ ਦਾ ਵੋਲਿਊਮ ਨਹੀਂ ਐਕਸਪਲੇਨ ਕੀਤੇ। ਦੂਸਰਾ, it could not explain why atoms of different mass, size, shape। ਇਹ ਮੈਂ ਸ਼ਾਰਟ 'ਚ ਲਿਖਿਆ ਨੂੰ ਨਾ ਨੋਟ ਕਰਿਓ, ਮੈਂ ਤੁਹਾਨੂੰ ਇਹਨੂੰ ਨੋਟਸ ਦੇ ਦੇਣੇ ਆ। ਤੇ ਇਹਦਾ ਮਤਲਬ ਹੈ ਵਾ ਉਹਨੇ ਇਹ ਨਹੀਂ ਦੱਸਿਆ ਕਿ ਕਿਉਂ। ਇਹਨੇ ਇਹ ਤੇ ਕਹਿਤਾ ਕਿ ਵੱਖਰੇ ਵੱਖਰੇ ਐਲੀਮੈਂਟ ਹੈ, ਉਹਦੇ ਵਿੱਚ ਐਟਮਸ ਜਿਹੜੇ ਆ ਉਹਨਾਂ ਦਾ ਮਾਸ, ਉਹਨਾਂ ਦਾ ਸਾਈਜ਼, ਸ਼ੇਪ ਅਲੱਗ-ਅਲੱਗ ਹੁੰਦੀ ਆ। ਬਿਲਕੁਲ ਸਹੀ ਕਿਹਾ ਉਹਨੇ, ਹਨਾ। ਪਰ ਇਹ ਨਹੀਂ ਦੱਸਿਆ ਕਿ ਕਿਉਂ ਵੱਖਰੇ ਵੱਖਰੇ ਐਲੀਮੈਂਟਸ ਤੇ ਜਿਹੜੇ ਐਟਮਸ ਨੇ ਉਹਨਾਂ ਦਾ ਮਾਸ, ਸਾਈਜ਼, ਸ਼ੇਪ ਕਿਉਂ ਅਲੱਗ-ਅਲੱਗ ਹੁੰਦੀ ਆ। ਇਹਦੇ ਤੇ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ, ਬਸ ਕਹਿ ਦਿੱਤਾ। ਤੀਸਰਾ ਪੁਆਇੰਟ ਹੈਗਾ ਕਿ ਇਹਨੇ ਇਹ ਨਹੀਂ ਦੱਸਿਆ ਕਿ ਬਾਈਂਡਿੰਗ ਫੋਰਸਿਸ ਕਿਸੇ ਵੀ ਅਗਰ ਕੋਈ ਐਲੀਮੈਂਟ ਹੈ ਔਰ ਉਹਦੇ ਵਿੱਚ ਐਟਮ ਪਏ ਆ ਤੇ ਉਹ ਕਿਸ ਪ੍ਰਕਾਰ ਦੀਆਂ ਫੋਰਸਿਸ ਹੈ ਜਿਹੜੇ ਐਟਮ ਇੱਕ ਦੂਜੇ ਨਾਲ ਜੋੜ ਕੇ ਉਹਨੂੰ ਸੋਲਿਡ ਫਾਰਮ 'ਚ ਬਣਾਉਂਦੇ ਆ। ਕਿਸ ਪ੍ਰਕਾਰ ਦੀਆਂ ਫੋਰਸਿਸ ਹੈ ਜਿਹਦੇ ਕਰਕੇ ਉਹ ਐਲੀਮੈਂਟ ਜਿਹੜਾ ਵਾ ਲਿਕੁਇਡ ਫਾਰਮ 'ਚ ਹੈ, ਜਾਂ ਫਿਰ ਅਗਰ ਕੋਈ ਕੰਪਾਊਂਡ ਹੀ ਬਣਿਆ ਵੱਖਰੇ ਪ੍ਰਕਾਰ ਦੇ ਐਟਮਸ ਨਾਲ ਮਿਲ ਕੇ ਬਣਿਆ ਤੇ ਉਹ ਐਟਮਸ ਵਿੱਚ ਕਿਹੜੀਆਂ ਇਹੋ ਜਿਹੀਆਂ ਫੋਰਸਿਸ ਨੇ ਜਿਨ੍ਹਾਂ ਨਾਲ ਮਿਲ ਕੇ ਉਹ ਕੰਪਾਊਂਡ ਬਣਿਆ। ਨੇਚਰ ਆਫ ਬਾਈਂਡਿੰਗ ਫੋਰਸਿਸ ਕਿਹੜੀਆਂ ਸੀ ਉਹਦੇ ਬਾਰੇ ਵੀ ਡਾਲਟਨ ਨੇ ਐਕਸਪਲੇਨ ਨਹੀਂ ਕੀਤਾ in atom, in any element or in any type of compounds। ठीक है, तो ਇਹ ਹੀ ਇਹਦਾ ਤੀਸਰਾ ਡਰਾਬੈਕ। ਚੌਥਾ ਤੇ ਲਾਸਟ ਡਰਾਬੈਕ ਇਹ ਹੀ ਕਿ ਜਿਸ ਅਲਟੀਮੇਟ ਪਾਰਟੀਕਲ ਦੀ ਗੱਲ ਕੀਤੀ ਜਿਹਨੂੰ ਆਪਾਂ ਐਟਮ ਕਿਹਾ, ਚਾਹੇ ਉਹ ਅਲਟੀਮੇਟ ਪਾਰਟੀਕਲ ਐਲੀਮੈਂਟ ਵਿੱਚ ਹੈ ਤੇ ਚਾਹੇ ਉਹ ਕੰਪਾਊਂਡ ਵਿੱਚ ਹੈਗਾ, ਇਹਨਾਂ ਵਿੱਚ ਇਹਨੇ ਡਿਫਰੈਂਸ਼ੀਏਟ ਨਹੀਂ ਕੀਤਾ ਕਿ ਅਗਰ ਇੱਕ ਐਲੀਮੈਂਟ ਵਿੱਚ ਜਿਹੜੇ ਐਟਮਸ ਨੇ ਜਾਂ ਫਿਰ ਅਗਰ ਕਿਸੇ ਕੰਪਾਊਂਡ ਵਿੱਚ ਜਿਹੜੇ ਐਟਮ ਜਾ ਕੇ ਇਕੱਠੇ ਹੁੰਦੇ ਨੇ ਔਰ ਕੰਪਾਊਂਡ ਬਣਾਉਂਦੇ ਆ, ਇਹਨਾਂ ਵਿੱਚ ਕਿਆ ਡਿਸਟਿੰਕਸ਼ਨ ਹੈ, ਕੋਈ ਫਰਕ ਹੈਗਾ। ਉਹਨਾਂ ਅਲਟੀਮੇਟ ਪਾਰਟੀਕਲਸ ਨੂੰ ਡੈਪਥ ਵਿੱਚ ਨਾ ਤੇ ਇਹਨੇ ਆ ਦੱਸਿਆ ਕਿ ਕਿਸੇ ਐਲੀਮੈਂਟ ਦੇ ਐਟਮਸ ਤੇ ਨਾ ਹੀ ਕਿਸੇ ਕੰਪਾਊਂਡ ਦੇ ਜਿਹੜੇ ਐਟਮਸ ਹੈ ਉਹਨਾਂ ਵਿੱਚ ਇਹਨੇ ਡਿਫਰੈਂਸ਼ੀਏਸ਼ਨ ਜਾਂ ਡਿਸਟਿੰਕਸ਼ਨ ਦੱਸੀ। ਹਾਲਾਂਕਿ ਥਿਊਰੀ ਐਟੋਮਿਕ ਸੀ, ਐਟਮ ਬਾਰੇ ਦੱਸਣਾ ਹੀ, ਪਰ ਇਹਨੇ ਇਹਨਾਂ ਵਿੱਚ ਡਿਫਰੈਂਸ਼ੀਏਸ਼ਨ ਨਹੀਂ ਕੀਤੀ। ਸੋ ਇਹ ਹੀ ਬੇਟਾ ਡਾਲਟਨ ਐਟੋਮਿਕ ਥਿਊਰੀ। ਡਾਲਟਨ ਐਟੋਮਿਕ ਥਿਊਰੀ ਦੇ ਵਿੱਚ ਆਪਾਂ ਐਟਮ ਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਹੈ, ਜਿਹਦੇ ਵਿੱਚ ਆਪਾਂ ਐਟਮ ਬਾਰੇ ਪ੍ਰੋਪਰਲੀ ਪੜ੍ਹਿਆ ਵਾ। ਹੁਣ ਆਉਣ ਵਾਲੇ ਲੈਕਚਰ ਵਿੱਚ ਮੈਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਦੱਸਾਂਗਾ ਕਿਸ ਪ੍ਰਕਾਰ ਇਸ ਥਿਊਰੀ ਨੂੰ ਚੈਲੰਜ ਹੋਇਆ, ਕਿਸ ਤਰ੍ਹਾਂ ਇਸ ਥਿਊਰੀ ਦੇ ਕਾਫੀ ਸਾਰੇ ਪੁਆਇੰਟ ਨੂੰ ਨੈਗਲੈਕਟ ਕਰ ਦਿੱਤਾ ਗਿਆ ਔਰ ਉਹ ਕਿਹੜੇ ਪੁਆਇੰਟ ਹੀ ਜਿਨ੍ਹਾਂ ਦੇ ਅਗੇਂਸਟ ਸਾਡੇ ਕੋਲ ਪ੍ਰੋਸੀਡਿੰਗ ਹੋਈ। ਮੇਨ ਕਾਰਨ ਮੈਂ ਇਸ ਥਿਊਰੀ ਦੇ ਫੇਲੀਅਰ ਦਾ ਵੀ ਦੱਸ ਦਿੰਨਾ ਕਿ ਡਾਲਟਨ ਦੀ ਸਾਰੀ ਥਿਊਰੀ ਇੱਕ ਅਜ਼ੰਪਸ਼ਨ ਦੇ ਬੇਸ ਤੇ ਹੀ, ਇਹਦੇ ਪਿੱਛੇ ਕੋਈ ਵੀ ਐਕਸਪੈਰੀਮੈਂਟਲ ਟਰੂਥ ਨਹੀਂ ਸੀ, ਕੋਈ ਵੀ ਐਕਸਪੈਰੀਮੈਂਟਲ ਫੈਕਟ ਨਹੀਂ। ਉਹਨੇ ਜੋ ਵੀ ਚੀਜ਼ਾਂ ਕੀਤੀਆਂ ਹੋਈਆਂ ਸੀ ਇਹ ਸਿਰਫ ਉਹਦੀ ਇਮੈਜੀਨੇਸ਼ਨ ਫੀਚਰ ਹੀ ਜਿਹਨੂੰ ਉਹਨੇ ਐਕਸਪਲੋਰ ਕੀਤਾ ਸੀ, ਜਾਂ ਫਿਰ ਉਹ ਜਿਹੜੇ ਲਾਜ਼ ਜਾਂ ਉਹ ਜਿਹੜੇ ਐਕਸਪਲੋਰਰਸ ਸੀ ਜਿਹੜੇ ਜਿਸ ਬੇਸ ਦੇ ਉੱਤੇ ਉਹਨੇ ਕੰਪਲੀਟ ਕੀਤਾ। ਸੋ ਕੱਲ ਦੇ ਲੈਕਚਰ ਵਿੱਚ ਆਪਾਂ ਇਹਦੇ ਤੋਂ ਗਾਂ ਵਧਾਂਗੇ। ਠੀਕ ਹੈ, ਹੋਪ ਸੋ ਤੁਹਾਨੂੰ ਸਮਝ ਆ ਗਿਆ ਹੋਏ। ਸੋ ਐਟ ਲਾਸਟ ਵਿੱਚ ਇਹੀ ਬੋਲਾਂਗਾ ਪੁੱਤਰ ਜੀ, ਸਾਨੂੰ ਕਿਸੇ ਕਾਰਨਾਂ ਕਰਕੇ ਆਨਲਾਈਨ ਕਲਾਸਿਸ ਕਰਨੀਆਂ ਪੈ ਰਹੀਆਂ ਨੇ। ਤੁਸੀਂ ਆਨਲਾਈਨ ਪੜ੍ਹਦੇ ਪਿਓ, ਸਾਨੂੰ ਆਨਲਾਈਨ ਪੜ੍ਹਾਉਣਾ ਪੈ ਰਿਹਾ, ਪਰ ਮੇਨ ਇਹਦੇ ਪਿੱਛੇ ਥੀਮ ਕੀ ਆ? ਮੇਨ ਥੀਮ ਹੈਗਾ ਕਿ ਤੁਸੀਂ
ਜੋ ਕਿ ਕਲਾਸ ਲਗਾਏ ਕਰਦੇ ਹੋ, ਇਹਨਾਂ ਕਲਾਸਿਸ ਨੂੰ ਪ੍ਰੋਪਰ ਲਗਾਓ। ਇਹਨਾਂ ਦੇ ਨੋਟਸ ਨਾਲ ਬਣੇ ਹੋਏ ਨੇ, ਨੋਟਸ ਤੁਹਾਨੂੰ ਦਿੱਤੇ ਜਾ ਰਹੇ ਨੇ, ਤਾਂ ਜੋ ਕਿ ਸਟੱਡੀ ਵਿੱਚ ਕਿਸੇ ਤਰ੍ਹਾਂ ਤੁਸੀਂ ਪਿੱਛੇ ਨਾ ਪੈ ਜਾਓ। ਪਤਾ ਨਹੀਂ ਕਿੰਨੇ ਦਿਨ ਹਜੇ ਸਾਨੂੰ ਘਰਾਂ ਵਿੱਚ ਰਹਿਣਾ ਪੈਣਾ, ਕਿੰਨੇ ਦਿਨ ਸਾਡੀਆਂ ਕਲਾਸਿਸ ਦੇ ਵਿੱਚ ਸਾਨੂੰ ਵੇਟ ਕਰਨੀ ਪੈਣੀ ਆ। ਸੋ ਪਲੀਜ਼ ਆਪ ਵੀ ਪੜ੍ਹੋ, ਆਪਣੀ ਯੂਨੀਅਨ ਨੂੰ ਵੀ ਪੜ੍ਹਾਓ, ਮੇਰੇ ਲੈਕਚਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਜ਼ਿਆਦਾ ਤੋਂ ਜ਼ਿਆਦਾ ਗਰੁੱਪ ਦੇ ਵਿੱਚ ਜੁੜੋ। ਜਿਹੜਾ ਗਰੁੱਪ ਮੈਂ ਜਨਰੇਟ ਕੀਤਾ ਵਾ ਉਹਦੇ ਵਿੱਚ ਪੜ੍ਹਨ ਵਾਲੇ ਸਟੂਡੈਂਟਸ ਜਿਹੜੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਐਡ ਅਪ ਹੋਵੋ। ਮੈਂ ਪੂਰੇ ਦਾ ਪੂਰਾ ਸਿਲੇਬਸ ਜਿਹੜਾ ਵਾ ਉਹ ਤੁਹਾਨੂੰ ਕੰਪਲੀਟ ਕਰਾਵਾਂਗਾ, ਚਾਹੇ ਉਹ ਫਿਜ਼ਿਕਸ ਦਾ ਹੈ, ਚਾਹੇ ਉਹ ਕੈਮਿਸਟਰੀ ਦਾ, ਔਰ ਵਿਦ ਨੋਟਸ ਹੈ ਸਾਰਾ ਕੰਮ ਦਿੱਤਾ ਜਾਏਗਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਤੁਹਾਨੂੰ ਕਰਵਾਇਆ ਗਿਆ ਉਹਨੂੰ ਲੈਕਚਰ ਨੰਬਰ 1 ਤੋਂ ਲੈ ਕੇ ਐਂਡ ਤੱਕ ਕੰਟੀਨਿਊਸਲੀ ਇਨ ਟੱਚ ਲਿਖਦੇ ਰਹੋ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਮੈਨੂੰ ਗਰੁੱਪ ਦੇ ਵਿੱਚ ਦੱਸ ਸਕਦਾ ਵਾ। ਠੀਕ ਹੈ ਬੇਟਾ? ਓਕੇ ਜੀ, ਓਕੇ।